ਅਗਲਾ ਸਵਾਲ ਫਿਰ ਆਪਾਂ ਇਹਦੇ 'ਚ ਹੀ ਲੱਭ ਲੈਂਦੇ ਹਾਂ ਕੋਈ ਨਾ ਕੋਈ ਸ਼ਰਮਾ ਜੀ, ਇਸੇ ਗੱਲਬਾਤ 'ਚ ਹੀ। ਪੰਜਾਬ ਦੇ ਸਿਰ ਕਰਜ਼ਾ 2007, 8, 10, 12 ਜਦੋਂ ਆਇਆ ਤੇ ਉਦੋਂ ਪੰਜਾਬੀਆਂ ਨੇ ਇਸ ਗੱਲ ਦੇ ਉੱਤੇ ਚਰਚਾ ਹੋਣੀ ਬਹੁਤ ਸ਼ੁਰੂ ਹੋ ਗਈ ਸੀਗੀ, ਪਹਿਲਾਂ ਘੱਟ ਹੁੰਦੀ ਸੀ। 10 ਸਾਲਾਂ ਦੇ ਵਿੱਚ ਜਿਹੜਾ ਕਰਜ਼ਾ ਕਦੇ ਉਦੋਂ 1.25 ਲੱਖ ਕਰੋੜ ਰੁਪਈਆ ਹੁੰਦਾ ਸੀ, ਅੱਜ 3 ਲੱਖ ਕਰੋੜ ਦੇ ਕਰੀਬ ਹੈ। ਜਿਹੜੇ ਸੱਤਾ ਦੇ ਵਿੱਚ ਜਿੰਨੇ ਵੀ ਆਏ, ਭਾਵੇਂ ਉਹ ਕੈਪਟਨ ਅਮਰਿੰਦਰ ਸਿੰਘ ਸੀ, ਭਾਵੇਂ ਚੰਨੀ ਸਾਹਿਬ ਸੀਗੇ, ਭਾਵੇਂ ਭਗਵੰਤ ਮਾਨ ਸੀ, ਆਪਾਂ ਸੁਣੀਆਂ ਉਹ ਸਾਰੀਆਂ ਪ੍ਰੈਸ ਕਾਨਫਰੰਸਾਂ ਜਿਨ੍ਹਾਂ ਦੇ ਵਿੱਚ ਰੇਤੇ ਤੋਂ 20,000 ਕਰੋੜ ਰੁਪਈਆ, ਫਲਾਣੇ ਪਾਸੇ 40,000, ਫਲਾਣੇ ਪਾਸਿਓਂ 23,000, ਫਲਾਣੇ ਪਾਸਿਓਂ 15,000, ਐਂ ਮਤਲਬ ਜਿਵੇਂ ਇੱਕ ਸਬਜ਼ੀਆਂ ਦੀ ਬਗੀਚੀ ਹੁੰਦੀ ਹੈ ਤੇ ਅਗਲਾ ਕਹਿੰਦਾ 4 ਕੁ ਬੈਂਗਣੀਆਂ ਤੋੜ ਲਈ, 4 ਕੁ ਐਂ ਕਰ ਲਈ ਤੇ 4 ਕੁ ਮੂਲੀਆਂ ਪੱਟ ਲਈ, 4 ਗਾਜਰਾਂ। ਸੋ ਇਹ ਇਸ ਤਰ੍ਹਾਂ ਦੀ ਕੈਲਕੂਲੇਸ਼ਨ ਆਪਾਂ ਦੇਖੀ। ਪਰ ਜਦੋਂ ਚੀਜ਼ਾਂ ਇੰਪਲੀਮੈਂਟ ਹੁੰਦੀਆਂ ਨੇ ਨਾ ਸ਼ਰਮਾ ਜੀ, ਉਦੋਂ ਪਤਾ ਲੱਗਦਾ ਹੈ ਘਰ ਚਲਾਉਣਾ ਬਹੁਤ ਔਖਾ, ਸੂਬਾ ਚਲਾਉਣਾ ਤਾਂ ਕਿਤੇ ਵੱਡੀ ਗੱਲ ਹੈ। ਹੁਣ ਕੀ ਇਹ ਗੱਲ ਸੱਚ ਹੈ ਕਿ ਪੰਜਾਬ ਦੇ ਰਾਹ ਦੇ ਵਿੱਚ ਜਿਹੜੇ ਕਰਜ਼ੇ ਵਾਲੇ ਪੱਥਰ ਗੱਡੇ ਹੋਏ ਸੀ, ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਹੋਰ ਨਵੇਂ ਗੱਡ ਦਿੱਤੇ? ਬਿਲਕੁਲ ਪ੍ਰਵੀਨ ਜੀ, ਤੁਹਾਡੀ ਗੱਲ ਦਰੁਸਤ ਹੈ ਜੀ ਕਿ ਕਰਜ਼ੇ ਵਾਲੇ ਪੱਥਰ ਵੀ ਨਵੇਂ ਗੱਡੇ ਗਏ ਤੇ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਕਿ ਘਰ ਚਲਾਉਣਾ ਇਹ ਔਖਾ ਹੋ ਜਾਂਦਾ, ਸਰਕਾਰ ਚਲਾਉਣਾ ਬਹੁਤ ਦੂਰ ਦੀ ਗੱਲ ਹੈ, ਇਹ ਹੁਣ ਸਰਕਾਰ ਖੁਦ ਮੰਨਣ ਲੱਗੀ ਹੈ ਜੀ। ਬੀਬੀ ਅਨਮੋਲ ਗਗਨ ਮਾਨ ਨਾ ਪ੍ਰੈਸ ਕਾਨਫਰੰਸ ਕਰ ਰਹੀ ਸੀ ਚੋਣਾਂ ਤੋਂ ਪਹਿਲਾਂ, ਹਾਂਜੀ। ਮੇਜ਼ ਤੇ ਹੱਥ ਮਾਰ ਕਹਿੰਦੀ ਸੀ ਸਾਡੀ ਸਰਕਾਰ ਲਿਆ ਦਿਓ, 5 ਮਿੰਟ ਚ MSP ਦੇ ਦਿਆਂਗੇ, 5 ਬਿਲਕੁਲ ਮਿੰਟ ਚ MSP ਦੇ ਦਿਆਂਗੇ। ਬਿਲਕੁਲ ਬਿਲਕੁਲ ਕਹਿੰਦੇ ਰਹੇ ਆ, ਬਿਲਕੁਲ। ਤੇ ਵਿਧਾਨ ਸਭਾ ਦੇ ਬਾਹਰ ਜਦੋਂ ਪੱਤਰਕਾਰਾਂ ਨੇ ਸਵਾਲ ਪੁੱਛ ਲਿਆ ਕਿ ਉਹ 5 ਮਿੰਟ, ਇਹ ਜੀ ਬਿਲਕੁਲ ਮੈਂ ਮੰਨਦੀ ਹਾਂ ਮੇਰੇ ਤੋਂ ਗਲਤੀ ਹੋ ਗਈ, ਏਦਾਂ ਨਹੀਂ ਬੋਲਣਾ ਚਾਹੀਦਾ ਸੀਗਾ, ਅਸਲ 'ਚ ਏਦਾਂ ਹੁੰਦਾ ਨਹੀਂ, ਹੁਣ ਸਰਕਾਰ 'ਚ ਆ ਕੇ ਪਤਾ ਲੱਗਿਆ ਇੰਨਾ ਆਸਾਨ ਨਹੀਂ ਹੁੰਦਾ ਇਹ ਕਰਨਾ, ਏਦਾਂ ਨਹੀਂ ਹੁੰਦਾ ਹੁਣ ਇਹ ਗੱਲਾਂ। ਸੋ ਇਸ ਲਈ ਉਨੀ ਹੀ ਛਾਲ ਮਾਰੋ ਜਿੰਨੀ ਤੁਹਾਡੀ ਲੱਤਾਂ 'ਚ ਜਾਨ ਹੈ ਜੀ, ਉਨੀ ਹੀ ਸਮਰੱਥਾ ਨਾਲ ਭੱਜੋ ਜਿੰਨਾ ਤੁਸੀਂ ਰੇਸ 'ਚ ਬਣੇ ਰਹਿ ਸਕਦੇ ਹੋ। ਪਰ ਇੱਥੇ ਆਮ ਆਦਮੀ ਪਾਰਟੀ ਵੀ ਕੁਝ ਵੱਖਰਾ ਮੈਨੂੰ ਨਜ਼ਰ ਨਹੀਂ ਆਇਆ, ਕਿਉਂਕਿ ਆ ਜਿੰਨੇ ਆਪਾਂ ਗਣਾਏ ਕਿਹਦੇ ਲਈ, ਇੰਨੇ ਰੱਖ ਲਏ, ਇੰਨੇ ਰੱਖ ਲਏ, ਇੰਨੇ ਰੱਖ ਲਏ, ਇਹ ਤਾਂ ਗਣਾ ਤੇ ਇਹ ਤਾਂ ਕੱਲ ਹਰਪਾਲ ਚੀਮਾ ਜੀ ਨੇ ਗਣਾਏ, ਅਸੀਂ ਸਰਕਾਰ ਦੇ ਹਵਾਲੇ ਨਾਲ ਦੱਸਤਾ ਕਿ ਸਰਕਾਰ ਨੇ ਇਸ ਖੇਤਰ ਲਈ ਇੰਨਾ ਰੱਖ ਲਿਆ, ਇੰਨਾ ਰੱਖ ਲਿਆ, ਪਰ ਆਉਣਾ ਕਿੱਥੋਂ ਚੀਮਾ ਜੀ ਦੱਸਣਾ ਭੁੱਲ ਗਏ ਜੀ ਕਿ ਚੀਮਾ ਸਾਹਿਬ ਆਉਣਾ ਕਿੱਥੋਂ ਆ ਪੈਸਾ, ਇਹ ਵੀ ਦੱਸ ਦਿਓ। ਪੰਜਾਬ ਦੇ ਸਿਰ ਤੇ ਜਿਹੜੀ ਕਰਜ਼ੇ ਦੀ ਗੱਲ ਆ, ਉਹ ਕਰਜ਼ੇ ਦੀ ਲਓ। ਇਸ ਮੌਕੇ ਮਤਲਬ ਕਿ ਤੁਸੀਂ ਜੇਕਰ ਗੱਲ ਕਰੋ ਤਾਂ ਇਸ ਵਾਰ ਜਿਹੜਾ ਬਜਟ ਆ 23,161 ਕਰੋੜ ਮਾਲੀ ਘਾਟੇ ਵਾਲਾ ਬਜਟ ਪੇਸ਼ ਹੋਇਆ ਹੈ। ਠੀਕ ਹੈ, 23,161 ਕਰੋੜ। ਵੱਖਰੀ ਗੱਲ ਆ ਕਿ ਇਹ ਅੰਕੜੇ ਦੇਣ ਤੋਂ ਇਸ ਵਾਰ ਮੀਡੀਆ ਮੰਨਫੀ ਨਜ਼ਰ ਆਇਆ, ਮੀਡੀਆ ਭਗੌੜਾ ਨਜ਼ਰ ਆਇਆ ਸਾਡਾ, ਕਾਰਨ ਕਿਉਂਕਿ ਇਸ਼ਤਿਹਾਰੇ ਜਿਹੜੇ ਦਿੱਤੇ ਨੇ ਸਰਕਾਰ ਨੇ ਕਿ ਉਹਨਾਂ ਦੇ ਥੱਲੇ ਆ ਘਾਟਾ ਸ਼ਬਦ ਦਬ ਕੇ ਰਹਿ ਗਿਆ ਕਿ ਕਿਤੇ ਦਿਖ ਨਾ ਜਾਵੇ, ਇਹਦੇ ਪਰ ਮਿੱਟੀ ਪਾ ਦਿਓ। ਇਸ਼ਤਿਹਾਰਾਂ ਦੀ ਮਿੱਟੀ ਪਾ ਦਿੱਤੀ ਗਈ ਤਾਂ ਕਿ ਸ਼ਬਦ ਨਜ਼ਰੇ ਨਾ ਆਵੇ, ਕਰਜ਼ੇ ਦੀ ਜ਼ਿਕਰੇ ਨਾ ਆਵੇ। 23,161 ਕਰੋੜ ਦੇ ਮਾਲੀ ਘਾਟੇ ਵਾਲਾ ਬਜਟ ਪੇਸ਼ ਹੋਇਆ। 1,96,462 ਕਰੋੜ ਦੇ ਬਜਟ ਵਿਚਲੇ ਘਾਟੇ ਨੂੰ ਪੂਰੇ ਕਰਨ ਦੀ ਕੋਈ ਤਜਵੀਜ਼ ਹੀ ਨਹੀਂ ਸਰਕਾਰ ਕੋਲ, ਕੋਈ ਦੱਸੇ ਹੀ ਨਹੀਂ ਆ ਕਿ ਜਿਹੜਾ 1,96,462 ਕਰੋੜ ਵਾਲਾ ਬਜਟ ਤੁਸੀਂ ਲਿਆਂਦਾ ਹੈ ਜੀ, ਇਹਦੇ ਵਿੱਚ ਜਿਹੜਾ 23,161 ਕਰੋੜ ਦਾ ਮਾਲੀ ਘਾਟਾ ਹੈ ਉਹ ਕਿੱਥੋਂ ਪੂਰਾ ਕਰਨਾ ਤੇ ਬਾਕੀ ਸਾਰੇ ਪੈਸੇ ਕਿੱਥੇ ਲਿਆਉਣੇ। ਪ੍ਰਵੀਨ ਜੀ, ਅਗਲੇ ਸਾਲ ਤੱਕ ਜਿਹੜਾ ਆ 2023-24 ਦਾ ਮਤਲਬ ਸਾਲ ਹੈ ਸਾਡਾ ਵਿੱਤੀ ਵਰਾ, ਜਿਹੜਾ ਇਹਦੇ ਵਿੱਚ ਪੰਜਾਬ ਦੇ ਸਿਰ ਤੇ 3.5 ਲੱਖ ਕਰੋੜ ਦਾ ਕਰਜ਼ਾ ਹੋ ਜਾਣਾ। ਠੀਕ ਹੈ, ਅੱਛਾ 2023-24 ਦੇ ਵਿੱਚ 47,542 ਕਰੋੜ ਤੋਂ ਜ਼ਿਆਦਾ ਦਾ ਖਤਰਾ ਖੜਾ ਕਿ ਕਰਜ਼ਾ ਵੱਧ ਜਾਣਾ ਸਾਡੇ ਸਿਰ ਜੀ। ਫਿਰ ਇਸ ਬਜਟ 'ਚ ਕਿੱਥੇ ਆ ਜੀ ਜਿਹੜਾ ਪੁਰਾਣੀ ਪੈਨਸ਼ਨ ਬਹਾਲੀ ਵਾਲੇ ਲਈ ਕੀ ਫੰਡ ਰੱਖਿਆ, ਦੱਸ ਦੇਣ ਸਾਨੂੰ। ਇਸ ਬਜਟ ਦੇ ਵਿੱਚ ਕਿੱਥੇ ਆ ਜੀ ਬੀਬੀਆਂ ਨੂੰ ਜਿਹੜਾ 1,000 ਰੁਪਏ ਦੇਣਾ ਸੀ ਉਹਦੇ ਲਈ ਕਿਹੜਾ ਫੰਡ ਰੱਖਿਆ, ਦੱਸ ਦੇਣ ਸਾਨੂੰ। ਹੋਰ ਛੱਡੋ, ਸ਼ਗਨ ਸਕੀਮ ਜਿਹੜੀ ਚੱਲੀ ਆਉਂਦੀ ਆ ਉਹਦੇ ਲਈ ਕਿਹੜਾ ਬਕਾਇਆ ਕਿੱਥੋਂ ਅਦਾ ਕਰਨਾ, ਕਿਵੇਂ ਦੇਣਾ, ਉਹ ਦੱਸ ਦੇਣ ਸਾਨੂੰ। ਜਿਹੜੀਆਂ ਤਜਵੀਜ਼ਾਂ ਬਣਾਈਆਂ ਸੀ ਕਿ ਅਸੀਂ ਕਿਸਾਨਾਂ ਨੂੰ 3 ਚੀਜ਼ਾਂ ਤੇ MSP ਦੇ ਹੀ ਦੇਣੀ ਆ, ਉਹ ਫਾਈਲ ਕਿਉਂ ਨਹੀਂ ਲੈ ਕੇ ਹਰਪਾਲ ਚੀਮਾ ਨਾਲ, ਕਿਉਂ ਨਹੀਂ ਪੜ੍ਹ ਸਕੇ। ਸੋ ਇਸ ਲਈ ਆ ਵੱਡਾ ਸਵਾਲ ਆ ਲਓ, ਮੇਰੇ ਮੂਹਰੇ ਅੰਕੜੇ ਪਏ ਨੇ ਪ੍ਰਵੀਨ ਜੀ, ਮੈਂ ਉਹਨਾਂ ਦੇ ਹਵਾਲੇ ਨਾਲ ਗੱਲ ਕਰਦਾ ਜੀ। ਕਹਿੰਦੇ 23,161 ਕਰੋੜ ਦੇ ਵਿੱਤੀ ਘਾਟੇ ਵਾਲਾ ਬਜਟ ਪੇਸ਼ ਕੀਤਾ ਸਰਕਾਰ ਨੇ, ਇਹਦੇ ਵਿੱਚ 30,996 ਕਰੋੜ ਰੁਪਈਆ ਨਵਾਂ ਕਰਜ਼ਾ ਲਿਆ ਜਾਣਾ। ਚਾਲੂ ਸਾਲ ਦੇ ਵਿੱਚ ਕਹਿੰਦੇ 30,996 ਕਰੋੜ ਦਾ ਨਵਾਂ ਕਰਜ਼ਾ, ਮਤਲਬ ਇੱਥੇ ਤੱਕ 34,000 ਕਰੋੜ ਤੱਕ ਪਹੁੰਚ ਸਕਦਾ ਹੈ ਕਰਜ਼ਾ ਕਹਿੰਦੇ ਜੀ। ਇੱਥੋਂ ਹਿਸਾਬ ਲਾ ਲਓ ਤੁਸੀਂ, ਆ ਲਓ ਮੈਂ ਮੇਰੇ ਮੂਹਰੇ ਇੱਕ ਹੋਰ ਅੰਕੜੇ ਨੇ, ਕਹਿੰਦੇ ਜੀ
30,985 ਕਰੋੜ ਦਾ ਕਰਜ਼ਾ 2022-23 ਚ ਸਰਕਾਰ ਲੈ ਚੁੱਕੀ ਆ। ਠੀਕ ਹੈ। ਤੇ ਅਗਲੇ ਸਾਲ ਇਹ ਕਰਜ਼ਾ ਜਿਹੜਾ 2023-24 ਦੇ ਵਿੱਚ 34,984 ਕਰੋੜ ਹੋ ਜਾਣਾ, ਲਗਭਗ 35,000 ਕਰੋੜ। ਤੇ 12 ਗੁਣਾ 3 ਕਰਿਆ ਮੇਰੇ ਹਿਸਾਬ ਨਾਲ 36 ਕਰੋੜ ਬਣਦਾ। ਤੇ ਔਸਤਨ 3,000 ਕਰੋੜ ਦਾ ਕਰਜ਼ਾ ਹਰ ਮਹੀਨੇ ਸਰਕਾਰ ਲੈ ਰਹੀ ਆ ਜੀ। ਤੇ ਸਾਡੇ ਵਿੱਤ ਮੰਤਰੀ ਸਾਹਿਬ ਨੇ ਉੱਥੇ ਬਜਟ ਪੇਸ਼ ਕਰਨ ਲੱਗਿਆ ਰਾਹਤ ਅੰਦੋਰੀ ਸਾਹਿਬ ਦਾ ਸ਼ੇਅਰ ਪੜਿਆ। ਅੱਛਾ। ਕਹਿੰਦੇ ਕਿ हमसे पहले भी मुसाफिर गुजरे होंगे, कम से कम राह के पत्थर तो हटा देते। ਤੇ ਜਨਾਬ ਹਟਾ ਤਾਂ ਤੁਸੀਂ ਵੀ ਨਹੀਂ ਰਹੇ, ਤੁਸੀਂ ਵੀ ਨਵੇਂ ਕਰਜ਼ੇ ਦੇ ਪੱਥਰ ਗੱਡ ਰਹੇ ਹੋ ਜੀ। ਤੇ ਜੇ ਪਹਿਲੇ ਗੱਡ ਗਏ ਤਾਂ ਤੁਸੀਂ ਨਵੇਂ ਉਹਨਾਂ ਨੂੰ ਹਟਾਉਣ ਦੀ ਬਜਾਏ ਗੱਡ ਰਹੇ ਹੋ। ਦਮ ਭਰਦੀ ਆ ਸਰਕਾਰ ਕੇ ਦੇਖੋ ਜੀ ਅਸੀਂ ਤਾਂ ਕਰਜ਼ਾ ਲਾ ਰਹੇ ਹਾਂ। ਆ ਲੋ, ਕਹਿੰਦੇ ਜੀ ਅਸੀਂ ਕੀ ਕਰਨਾ, ਕਹਿੰਦੇ ਜੀ 2023-24 ਦੇ ਵਿੱਚ ਜਿਹੜਾ 3,27,000 ਕਰੋੜ ਦਾ ਕਰਜ਼ਾ ਹੁਣ ਤੱਕ ਪਹੁੰਚ ਚੁੱਕਿਆ ਹੈ, ਉਹ ਅਸੀਂ ਜੀ ਉਹਦੇ ਵਿੱਚੋਂ ਮਤਲਬ ਕਰਜ਼ਾ ਵਾਪਸ ਕਰ ਰਹੇ ਹਾਂ। ਅਸੀਂ 15,946 ਕਰੋੜ ਰੁਪਇਆ ਮੂਲ ਧਨ ਵਾਪਸ ਕਰਤਾ, ਕਹਿੰਦੇ 20,100 ਕਰੋੜ ਰੁਪਇਆ ਵਿਆਜ। ਇਹ ਅੰਕੜੇ ਦਿਖਾ ਕੇ ਦੱਸਣਾ ਚਾਹੁੰਦੇ ਕਿ ਅਸੀਂ ਤਾਰ ਰਹੇ ਹਾਂ, ਪਰ ਇਹ ਨਹੀਂ ਦੱਸ ਰਹੇ ਕਿ ਅਸੀਂ 30,995 ਕਰੋੜ ਲਗਭਗ 31,000 ਕਰੋੜ ਰੁਪਇਆ ਪਿਛਲੇ ਸਾਲ ਚ ਲੈ ਲਿਆ। ਇਹ ਨਹੀਂ ਦੱਸ ਰਹੇ ਕਿ ਅਗਲੇ ਸਾਲ ਚ ਅਸੀਂ 35,000 ਕਰੋੜ ਰੁਪਇਆ ਨਵਾਂ ਲੈ ਲੈਣਾ ਜੀ। ਸੋ ਇਹ ਵੀ ਸਰਕਾਰ ਦੱਸੇ ਨਾ ਕਿ ਅਸੀਂ ਆਹ ਸਾਰੀਆਂ ਤਜਵੀਜ਼ਾਂ ਜਿੰਨੀਆਂ ਲਿਆਂਦੀਆਂ ਨੇ ਪੂਰੀਆਂ ਕਿੱਥੋਂ ਕਰਨੀਆਂ ਨੇ, ਉਹਨਾਂ ਦੇ ਪੂਰਾ ਕਰਨ ਦਾ ਕੋਈ ਢੰਗ ਤਰੀਕਾ ਹੈ, ਕੋਈ ਹਿੱਲਾ ਵਸੀਲਾ ਹੈ, ਉਹ ਨਹੀਂ ਦੱਸਿਆ। ਤੇ ਆਹ ਕਰਜ਼ੇ ਦੀ ਬੋਝ ਜਿਹੜਾ ਵਧਣਾ, ਇਹ ਨਵਾਂ ਪੱਥਰ ਨਹੀਂ ਕੱਢਣੇ ਰਾਹ ਦੇ ਵਿੱਚ ਪੰਜਾਬ 'ਚ, ਹੋਰ ਕੀ ਨੇ। ਸੋ ਤੁਸੀਂ ਤਾਂ ਕਹਿੰਦੇ ਸੀ ਖਰਚਾ ਘਟਾਵਾਂਗੇ, ਤੁਸੀਂ ਤਾਂ ਕਹਿੰਦੇ VIP ਕਲਚਰ ਖਤਮ ਕਰਾਂਗੇ। ਸੋ ਗੱਡੀਆਂ ਤੁਹਾਡੇ ਨਾਲ 200 ਚੱਲਦੀਆਂ ਜੀ, ਤੁਹਾਡੇ ਨਾਲ ਅਮਲਾ ਫਾਲਾ ਉਨਾ ਹੀ ਚੱਲਦਾ, ਕੋਠੀਆਂ 5 ਲਈਆਂ ਹੈ ਨਾ, AC ਉਨੇ ਹੀ ਚੱਲਦੇ ਹੈ, ਐਸ਼ ਪ੍ਰਸਤੀ ਉਨੀ ਉਹ ਚੱਲਦੀ। ਆਪਣਾ ਦੂਆ ਹੈਲੀਕਾਪਟਰਾਂ ਦੇ 45 ਲੱਖ ਇੱਕ ਦਿਨ ਦੇ ਕਰਜ਼ੇ ਵਿਆਜ ਤੇ ਉਹਦੇ ਪਰ ਚੱਕਦੇ ਹੋ, ਭਾੜੇ ਤੇ ਲੈਂਦੇ ਹੋ ਇੱਕ ਦਿਨ ਦਾ, ਉਹ ਬੋਝ ਸਾਰਾ ਪੰਜਾਬ ਸਿਰ ਪੈਂਦਾ ਹੈ। ਦੂਜੇ ਸੂਬਿਆਂ 'ਚ ਜਾ ਕੇ ਇਸ਼ਤਿਹਾਰ ਦਿੰਦੇ ਹੋ, ਦੂਜੇ ਸੂਬਿਆਂ 'ਚ ਜਾ ਕੇ ਸਰਕਾਰੀ ਖਰਚਿਆਂ 'ਚੋਂ ਪ੍ਰਚਾਰ ਕਰਦੇ ਹੋ, ਬੋਰਡ ਲਾਉਂਦੇ ਹੋ। ਸੋ ਉਹ ਬੋਝ ਕਿਹਦੇ ਸਿਰ ਤੇ ਪੈਂਦਾ, ਉਹ ਨਹੀਂ ਦੱਸਿਆ। ਸੋ ਇਹ ਬਜਟ ਦੇ ਵਿੱਚ ਆਹ ਸਾਰਾ ਕੁਝ ਤਾਂ ਦੱਸਿਆ ਕਿੱਥੋਂ ਆਉਣਾ। ਕੇਂਦਰ ਵੱਲੋਂ ਲਗਾਤਾਰ ਕਟੌਤੀ ਹੋ ਰਹੀ ਆ, ਤੁਹਾਡੇ ਫੰਡ ਰੋਕੇ ਜਾ ਰਹੇ ਨੇ, ਸਿਹਤ ਵਾਲਾ ਫੰਡ ਰੋਕ ਲਿਆ, ਪੇਂਡੂ ਵਿਕਾਸ ਫੰਡ ਰੋਕ ਲਿਆ, GST ਸਮੇਂ ਸਿਰ ਨਹੀਂ ਹੈ ਨਾ, ਹੋਰ ਫੰਡ ਰੋਕ ਲਏ ਜਾਣੇ ਨੇ। ਸੋ ਇਹ ਸਾਰੇ ਹਵਾਲੇ ਨਾਲ ਇਹ ਸਾਫ਼ ਹੈ ਪ੍ਰਵੀਨ ਜੀ ਕਿ ਪੰਜਾਬ ਦੇ ਸਿਰ ਤੇ ਕਰਜ਼ੇ ਦਾ ਬੋਝ ਵੀ ਵਧਣਾ, ਕੱਲਾ ਪੰਜਾਬੀ ਕਰਜ਼ੇ 'ਚ ਬਿੰਨਿਆ ਜਾਣਾ, ਔਰ ਸਰਕਾਰ ਜਿਹੜੇ ਦਮਜਵੇ ਮਾਰਦੀ ਆ ਕਿ ਅਸੀਂ ਆਹ ਕਰਨਾ ਉਹ ਕਰਨਾ। ਤੇ ਵਿੱਤ ਮੰਤਰੀ ਸਾਹਿਬ ਨੂੰ ਜਦੋਂ ਇੱਕ ਮੀਡੀਆ ਅਦਾਰੇ ਨੇ ਸਵਾਲ ਕੀਤਾ ਤਦ ਜਵਾਬ ਬੜਾ ਕਮਾਲ ਦਾ ਸੀਗਾ। ਕਹਿੰਦੇ ਜੀ ਵਿੱਤ ਮੰਤਰੀ ਸਾਹਿਬ ਨੇ ਸਿੱਧਾ ਸਪਸ਼ਟ ਜਵਾਬ ਦਿੱਤਾ ਕਿ ਵਿਕਾਸ ਦੇ ਲਈ ਤਾਂ ਕਰਜ਼ਾ ਲੈਣਾ ਜ਼ਰੂਰੀ ਵੀ ਹੈ ਤੇ ਮਜਬੂਰੀ ਵੀ ਆ। ਅੱਛਾ ਜੀ ਜੀ। ਤੇ ਫਿਰ ਇਹ ਮੰਨ ਗਏ ਨਾ ਕਿ ਅਸੀਂ ਮਜਬੂਰੀ ਵਾਲੇ ਔਰ ਜ਼ਰੂਰੀ ਵਾਲੇ, ਦਿਖਾਵੇ ਵਾਲੇ ਵੀ ਤੇ ਮਜਬੂਰੀ ਕਰਨ ਕੇ ਘਰ-ਬਾਰ ਪੂਰਾ ਕਰਨ ਦੇ ਲਈ ਵੀ ਅਸੀਂ ਕਰਜ਼ਾ ਚੱਕਾਂਗੇ। ਇਸ ਲਈ ਪੰਜਾਬ ਦੇ ਰਾਹ ਦੇ ਵਿੱਚ ਨਵੇਂ ਪੱਥਰ, ਕਰਜ਼ੇ ਦੇ ਨਕੀਲੇ ਪੱਥਰ ਗੱਡ ਹੁੰਦੇ ਤਾਂ ਗੱਡੇ ਜਾਣ, ਸਾਨੂੰ ਕੀ ਲੈਣਾ, ਅਸੀਂ ਆਪਣਾ ਸਮਾਂ ਬਿਤਾ ਕੇ ਜਾਈਏ। ਸੋ ਉਸ ਤੋਂ ਇਲਾਵਾ ਕੁਛ ਨਹੀਂਗਾ। ਇਹ ਸਾਰੇ ਜਿੰਨਾ ਕੱਲ ਬਜਟ ਪੜ੍ਹਿਆ, ਜਿੰਨੀ ਆਪਾਂ ਅੰਕੜਿਆਂ ਦੀ ਗੱਲ ਕੀਤੀ, ਇਹਦੇ ਲਈ ਆਹ ਰੱਖਿਆ, ਇਹ ਸਭ ਦਿਖਾਵਾ ਏ, ਛਲਾਵਾ ਏ। ਅਸਲ ਦੇ ਵਿੱਚ ਤਾਂ ਪੰਜਾਬ ਦੇ ਸਿਰ ਤੇ ਕਰਜ਼ੇ ਦੀ ਨਵੀਂ ਪੰਡ ਰੱਖੀ ਜਾਣੀ ਆ, ਹੋਰ ਬੋਝ ਵਧਣਾ, ਇਸ ਦੇ ਵਿੱਚੋਂ ਕੱਢਣ ਦੀ ਕੋਈ ਤਜਵੀਜ਼ ਨਹੀਂ ਸੀ। ਸ਼ਰਮਾ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ 70 ਸਾਲਾਂ ਦੇ ਵਿੱਚ ਸਿਆਸੀ ਤਨਜ਼ੀਮਾਂ ਨੇ, ਸਿਆਸੀ ਲੋਕਾਂ ਨੇ ਲੋਕਾਂ ਨੂੰ ਹਤਾਸ਼ ਕੀਤਾ, ਲੋਕਾਂ ਨੂੰ ਨਿਰਾਸ਼ ਕੀਤਾ, ਲੋਕਾਂ ਦੀ ਲੁੱਟ ਕੀਤੀ, ਲੋਕਾਂ ਨਾਲ ਅਨਿਆਂ ਕੀਤਾ, ਲੋਕਾਂ ਨਾਲ ਧੋਖਾ ਕੀਤਾ, ਉਹਨਾਂ ਦੇ ਭਰੋਸੇ ਦੇ ਨਾਲ, ਉਹਨਾਂ ਦੇ ਜੋ ਆਸਥਾ ਸੀ ਇਸ ਸਿਸਟਮ ਦੇ ਵਿੱਚ, ਉਹਦੇ ਨਾਲ ਧੱਕਾ, ਜ਼ੁਲਮ, ਸਭ ਕੁਛ ਉਹ ਕੀਤਾ ਜਿਹੜਾ ਉਹਨਾਂ ਤੋਂ ਸਰਿਆ, ਜਿਹੜਾ ਉਹਨਾਂ ਤੋਂ ਵਸੀਲਿਆਂ ਦੀ ਲੁੱਟ ਹੋਈ, ਜਿਹੜਾ ਉਹਨਾਂ ਨੇ ਆਪਦੇ ਕੁਰਸੀਆਂ, ਅਹੁਦਿਆਂ, ਵਿਧਾਨ ਸਭਾਵਾਂ ਦੇ ਵਿੱਚ ਜਦੋਂ ਅਪਾਇੰਟਮੈਂਟਾਂ ਕੀਤੀਆਂ ਉੱਥੇ ਵੀ ਕਬਜ਼ੇ ਕਰ ਲਏ ਉਹਨਾਂ ਨੇ। ਆਪਾਂ ਇਹ ਮੰਨਦੇ ਹਾਂ ਗੱਲਾਂ ਕਿ ਹਤਾਸ਼ ਹੋਏ ਲੋਕਾਂ ਨੇ ਇੱਕ ਨਵੀਂ ਜਿਹੜੀ ਆ ਉਹ ਕਿਰਨ ਦੇਖੀ ਤੇ ਉਸ ਤੋਂ ਬਾਅਦ ਵੋਟਾਂ ਪਾਤੀਆਂ। ਪਰ ਤੁਹਾਨੂੰ ਵੀ ਕਿਤੇ ਨਾ ਕਿਤੇ ਇਹ ਕਨਫੈਸ ਕਰਨਾ ਪੈਣਾ, ਇਹ ਮੰਨਣਾ ਪੈਣਾ ਕਿ ਜਾਦੂ ਦੀਆਂ ਛੜੀਆਂ ਨਾਲ ਇਹ ਚੀਜ਼ਾਂ ਨਹੀਂ ਠੀਕ ਹੁੰਦੀਆਂ। ਰਾਤੋਂ ਰਾਤ ਜਿਹੜੇ ਤੁਸੀਂ ਦਾਅਵੇ ਕਰਕੇ ਆਏ ਸੀ, ਹੋ ਸਕਦਾ 5 ਸਾਲਾਂ ਨੂੰ ਜਦੋਂ ਤੁਹਾਡਾ ਇਸ ਸਾਰੇ ਕਰਤੇ ਧਰਤੇ ਦਾ ਜਦੋਂ ਤੁਹਾਡੇ ਰਾਜ ਕਰਤਾ, ਜਦੋਂ ਤੁਸੀਂ ਜਾਓਗੇ ਉਦੋਂ ਕਨਕਲੂਡ ਕੀਤਾ ਜਾਵੇ ਤੇ ਟਰਾਂਸਪੇਰੈਂਸੀ ਦੇ ਮਾਮਲੇ ਦੇ ਵਿੱਚ, ਭੱਜ ਦੌੜ ਕਰਨ ਮਾਮਲੇ ਦੇ ਵਿੱਚ ਤੁਸੀਂ ਦੂਜਿਆਂ ਨਾਲੋਂ ਅੱਗੇ ਨਿਕਲ ਜਾਓ। ਪਰ ਦੂਜਿਆਂ ਨੂੰ ਜਮਾਂ ਰੱਦ ਕਰਨਾ ਨਹੀਂ। ਮੇਰਾ ਸਵਾਲ ਇਹਦੇ ਨਾਲ ਥੋੜਾ ਜਿਹਾ ਵੱਖਰਾ ਹੈ। ਮੈਂ ਇਹ ਮਹਿਸੂਸ ਕਰਦਾ ਕਿ ਠੀਕ ਹੈ ਤੁਸੀਂ ਦਾਅਵਾ ਕੀਤਾ, ਇਹਦਾ ਮਤਲਬ ਹੋ ਸਕਦਾ ਉਸ ਸਮੇਂ ਤੁਹਾਡੀ ਮਨਸ਼ਾ ਮਾੜੀ ਨਾ ਹੋਵੇ। ਹਾਂ ਬਿਲਕੁਲ, ਚੰਗੀ ਮਨਸ਼ਾ ਨਾਲ ਆਏ ਹੋ।
ਹਾਂ, ਤੁਹਾਡੀ ਮਨਸ਼ਾ ਅਜੇ ਵੀ ਅਸੀਂ ਸਮਝਦੇ ਹਾਂ ਕਿ ਪੰਜਾਬ ਪ੍ਰਤੀ ਚੰਗੀ ਪਾਕ ਹੋਵੇ, ਸਾਫ਼ ਕੁਝ ਬਿਲਕੁਲ। ਕਰਨਾ ਚਾਹੁੰਦੇ ਹੋ, ਜੀ, ਜੀ। ਪਰ ਤੁਸੀਂ ਨਾਲ ਜਿਹੜਾ ਕੁਰਸੀ ਨਾ ਚਲੀ ਜਾਵੇ ਉਹਦਾ ਫਿਕਰ ਕਰਦੇ ਹੋ। ਉਹਦੇ ਕਾਰਨ ਤੁਸੀਂ ਫਿਰ ਕੁਝ ਗਲਤ ਕਰ ਬੈਠਦੇ ਹੋ, ਉਹਦੇ ਕਾਰਨ ਬਿਲਕੁਲ ਤੁਸੀਂ ਦਿੱਲੀ ਸਹੀ, ਦੇ ਸਕੇ ਬਣ ਬੈਠਦੇ ਹੋ, ਬਿਲਕੁਲ ਚਾਹੇ ਉਹ ਸਹੀ। ਕੇਜਰੀਵਾਲ ਵਾਲਾ ਦਿੱਲੀ ਹੋਵੇ ਤੇ ਚਾਹੇ ਉਹ ਮੋਦੀ ਵਾਲਾ ਦਿੱਲੀ ਮੋਦੀ ਵਾਲਾ ਦਿੱਲੀ ਹੋਵੇ। ਸੋ ਹੋਵੇ। ਇੱਕ ਤਾਂ ਇਹ ਪਹਿਲੂ। ਦੂਸਰਾ ਪਹਿਲੂ ਇਹਦੇ ਵਿੱਚ ਇੱਕ ਹੋਰ ਜਿਹੜੀ ਲਗਾਤਾਰ ਆਈ ਜਾਂਦੀ ਹੈ ਕਿ ਮੁੱਖ ਮੰਤਰੀ ਦੇ ਬਰਾਬਰ ਇੱਕ ਮੁੱਖ ਮੰਤਰੀ ਲਾਤਾ, ਮੰਤਰੀਆਂ ਦੇ ਬਰਾਬਰ ਮੰਤਰੀ ਲਾਤੇ, ਐਡਵੋਕੇਟ ਜਨਰਲ ਦੀ ਟੀਮ 'ਚ ਆਪਣੇ ਬੰਦੇ ਵਾੜਤੇ, ਬਿਜਲੀ ਵਿਭਾਗ 'ਚ ਆਪਣੇ ਬੰਦੇ ਵਾੜਤੇ। ਪਰਵੀਨ ਜੀ, ਸ਼ਾਇਦ ਤੁਹਾਡੇ ਜਾਂ ਦਰਸ਼ਕਾਂ ਦੇ ਯਾਦ ਹੋਵੇ, ਮੈਂ ਇਸੇ ਪ੍ਰੋਗਰਾਮ 'ਚ ਇੱਕ ਜ਼ਿਕਰ ਕੀਤਾ ਸੀ ਕਿ ਸਕੂਲਾਂ 'ਚ ਮੈਨੇਜਰ ਰੱਖਣ ਜਾ ਰਹੇ ਨੇ, ਤੇ ਉਹ ਪਤਾ ਲੱਗ ਰਿਹਾ ਸੀਗਾ ਉਸ ਸਮੇਂ ਕਿ ਉਹ ਮੈਨੇਜਰ ਵੀ ਬਾਹਰੋਂ ਲਿਆ ਕੇ ਨਿਯੁਕਤ ਕਰਨੇ ਆ। ਤੇ ਕੱਲ ਬਜਟ 'ਚ ਆ ਗਈ ਉਹ ਤਜਵੀਜ਼ ਜੀ, ਬਕਾਇਦਾ ਬਜਟ 'ਚ ਦੱਸਿਆ ਕਿ ਸਕੂਲਾਂ ਦਾ ਕੰਮਕਾਜ ਦੇਖਣ ਦੇ ਲਈ ਸਟੇਟ ਮੈਨੇਜਰ ਰੱਖਾਂਗੇ ਅਸੀਂ। ਠੀਕ ਹੈ। ਤੇ ਦਾਅਵਾ ਕੀ ਕੀਤਾ ਕਿ ਜੀ ਮਾਸਟਰਾਂ ਤੋਂ ਸਿਰਫ ਪੜ੍ਹਾਈ ਦਾ ਕੰਮ ਲਵਾਂਗੇ, ਹੁਣ ਉਹ ਦੂਜਾ ਕੰਮ ਨਹੀਂ ਵਾਧੂ ਕਰਨਗੇ, ਉਹ ਸਾਰਾ ਕੰਮ ਮੈਨੇਜਰ ਦੇਖਣਗੇ। ਕਲੈਰੀਕਲ ਜੋ ਵੀ ਜਿੰਨਾ ਵੀ। ਪ੍ਰਵੀਨ ਜੀ, ਇਹ ਪ੍ਰਾਈਵੇਟ ਬੰਦਿਆਂ ਦੀ ਸਰਕਾਰੀ ਸਕੂਲਾਂ 'ਚ ਨਿਯੁਕਤੀ, ਜੀ ਜੀ ਜੀ, ਇਹ ਸਿੱਧਾ ਕੀ ਕਾਰਪੋਰੇਟ ਘਰਾਣਿਆਂ ਹਵਾਲੇ ਸਕੂਲ ਕਰਨ ਦੀ ਕਵਾਇਦ ਹੈ। ਅਸਲ ਦੇ ਵਿੱਚ ਜਿਹੜੀ ਮੈਨੂੰ ਪਤਾ ਲੱਗ ਰਹੀ ਹੈ ਤਸਵੀਰ ਇਹ ਉਸੇ ਤਰ੍ਹਾਂ ਦੀ ਹੈ ਜਿਵੇਂ ਬਿਜਲੀ ਵਿਭਾਗ ਦੇ ਇੰਜੀਨੀਅਰਾਂ ਨੇ ਚਿੱਠੀ ਲਿਖੀ ਸੀ ਨਾ ਪੰਜਾਬ ਸਰਕਾਰ ਨੂੰ, ਮੁੱਖ ਮੰਤਰੀ ਸਾਹਿਬ ਨੂੰ, ਹਾਂਜੀ ਹਾਂਜੀ, ਕਿ ਮੁੱਖ ਮੰਤਰੀ ਸਾਹਿਬ ਆ ਬੰਗਲੁਰੂ ਦੀ ਇੱਕ ਕੰਪਨੀ ਸਾਡੇ ਕੰਮ 'ਚ ਰੋਜ਼ ਦਖਲ ਦਿੰਦੀ ਆ, ਰੋਜ਼ ਸਾਤੋਂ ਕਾਗਜ਼ ਖੋਈ ਜਾਂਦੀ ਹੈ, ਚੈੱਕ ਦਿੰਦੇ, ਕਿਹੜੇ ਅਧਿਕਾਰ ਨੇ ਇਹਨਾਂ ਨੂੰ ਦਿੱਤੇ, ਇੱਕ ਪ੍ਰਾਈਵੇਟ ਕੰਪਨੀ ਦਾ ਕੀ ਕੰਮ। ਉਸੇ ਤਰ੍ਹਾਂ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਦਿੱਲੀ ਨਾਲ ਸੰਬੰਧਿਤ ਇੱਕ ਵਿਅਕਤੀ ਦੀ ਕੰਪਨੀ ਤੇ ਰਾਹੀਂ ਠੇਕੇ ਤੇ ਦੇਣ ਦੀ ਤਿਆਰੀ ਹੈ। ਉਹ ਬੰਦਾ ਆਪਣੇ ਲਈ ਬੰਦੇ ਰੱਖੂਗਾ, ਉਹ ਸਕੂਲਾਂ ਦੇ ਰਾਹੀਂ ਉਹਨਾਂ ਦੀ ਬਿਲਡਿੰਗਾਂ ਦਾ ਅਸੈਸ ਕਰਨਾ, ਪੈਸੇ ਦਾ ਅਸੈਸ ਕਰਨਾ, ਤੇ ਕੱਲ ਨੂੰ ਪ੍ਰਾਈਵੇਟਕਰਨ ਕਰਨਾ ਪਵੇ ਸਕੂਲਾਂ ਦਾ ਕੋਈ ਹਰਜ ਨਹੀਂ ਹੋਊਗਾ ਸਰਕਾਰ ਨੂੰ। ਉਸ ਵੱਲ ਪੱਟੀ ਗਈ ਡਿੰਗਾ ਮੈਨੇਜਰ ਰੱਖੇ ਜਾ ਰਹੇ ਨੇ, ਉਹ ਕੱਲ ਤਜਵੀਜ਼ 'ਚ ਖੁਦ ਮੰਨ ਗਏ। ਜੀ, ਹੁਣ ਇੱਕ ਨਵਾਂ ਫਾਰਮੂਲਾ ਲਿਆਂਦਾ, ਕਹਿੰਦੇ ਜੀ ਪਿੰਡਾਂ ਦੇ ਵਿੱਚ ਕਿਸਾਨਾਂ ਦੇ ਲਈ ਅਸੀਂ ਕਿਸਾਨ ਮਿੱਤਰ ਰੱਖਣੇ ਆ। ਠੀਕ ਹੈ। ਇਹ ਕੱਲ ਬਜਟ 'ਚ ਤਜਵੀਜ਼ ਆ ਕਿ ਕਿਸਾਨ ਮਿੱਤਰਾਂ ਦੀ ਨਿਯੁਕਤੀ ਕਰਾਂਗੇ ਅਸੀਂ ਹਰ ਜ਼ਿਲ੍ਹਾ ਪੱਧਰ ਤੇ, ਬਲਾਕ ਪੱਧਰ ਤੇ, ਪਿੰਡ ਪੱਧਰ ਤੇ, ਤਾਂ ਕਿ ਕਿਸਾਨਾਂ ਨੂੰ ਜਾ ਕੇ ਦੱਸ ਸਕੇ ਕੀ ਲਾਉਣਾ, ਕਿਵੇਂ ਲਾਉਣਾ। ਇਹ ਉਹੀ ਗੱਲ ਆ ਜੀ ਕਿ ਦਿੱਲੀ ਦੇ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ 3 ਖੇਤੀ ਕਾਨੂੰਨ ਬਣਾਏ, ਤੇ ਉਹਦੀ ਸਮੁੱਚੀ ਕੈਬਨਿਟ ਦੇ ਵਿੱਚ 5 ਮੰਤਰੀ ਵੀ ਇਹੋ ਜਿਹੇ ਨਹੀਂ ਸੀ ਜਿਨ੍ਹਾਂ ਕੋਲ ਗੱਜ ਜ਼ਮੀਨ ਵੀ ਖੇਤੀ ਵਾਲੀ ਹੋਵੇ ਜੀ। ਅੱਛਾ। ਤੇ ਜਿਨ੍ਹਾਂ ਕੋਲ ਆਪਣੀ ਖੇਤੀ ਵਾਲੀ ਜ਼ਮੀਨ ਨਹੀਂ, ਜਿਹਨਾਂ ਦਾ ਖੇਤੀ ਨਾਲ ਵਾਹ ਵਾਸਤਾ ਨਹੀਂ, ਉਹ ਖੇਤੀ ਕਾਨੂੰਨ ਬਣਾ ਰਹੇ ਸੀ। ਇਹ ਉਸੇ ਤਰ੍ਹਾਂ ਹੁਣ ਕਿਸਾਨ ਮਿੱਤਰ ਕਿਸਾਨਾਂ ਨੂੰ ਸਮਝਾਉਣਗੇ ਖੇਤੀ ਕਿਵੇਂ ਕਰੋ ਜੀ, ਤੇ ਕਿਸਾਨ ਮਿੱਤਰ ਵੀ ਇੱਕ ਕੰਪਨੀ ਦੇ ਨੁਮਾਇੰਦੇ ਹੋਣਗੇ, ਤੇ ਉਸੇ ਵੱਲ ਪ੍ਰਾਈਵੇਟ ਕਰਨ ਵੱਲ ਵਧਣ ਵਾਲੀ ਕਵਾਇਦ ਹੈ ਕਿ ਤੁਹਾਡੀ ਫਸਲ ਖੇਤ ਚੋਂ ਚੱਕ ਲਿਆ ਕਰਨੀ ਜੀ, ਤੁਸੀਂ ਦਵਾਈ ਤੁਹਾਨੂੰ ਇੱਥੇ ਪਹੁੰਚਾ ਦਿਆ ਕਰਨੀ। ਇਹ ਸਾਰਾ ਉਸੇ ਕੜੀ ਰਾਹੀਂ ਇੱਕ ਧੰਦਾ ਚਲਾਉਣ ਦੀ ਅਗਲੀ ਕਵਾਇਦ ਆ। ਇਹ ਦੋ ਗੱਲਾਂ ਵੱਲ ਗੌਰ ਕਰਨ ਦੀ ਲੋੜ ਹੈ, ਕਿਸਾਨ ਮਿੱਤਰ ਦੇ ਨਾਂ ਦੇ ਉੱਤੇ ਔਰ ਸਕੂਲ ਮੈਨੇਜਰਾਂ ਦੇ ਨਾਂ ਦੇ ਉੱਤੇ। ਸਾਡੇ ਇਹ ਲੋਕ ਪੱਖੀ ਅਦਾਰੇ ਵੀ, ਲੋਕ ਪੱਖੀ ਕਿਸਾਨੀ ਵੀ, ਆਪਣੀ ਕਿਸਾਨੀ ਵੀ ਖੋਣ ਦੀ ਤਿਆਰੀ ਤਾਂ ਨਹੀਂ, ਆਪਣੇ ਸਕੂਲ ਖੋਣ ਦੀ ਤਿਆਰੀ ਤਾਂ ਨਹੀਂ, ਇੱਕ ਨਵਾਂ ਧੰਦਾ ਸ਼ੁਰੂ ਹੋਣ ਜਾ ਰਿਹਾ, ਇਹਦੇ ਤੇ ਗੌਰ ਕਰਨ ਦੀ ਲੋੜ ਹੈ। ਸੋ ਕੱਲ ਬਜਟ 'ਚ ਇਸ ਨੂੰ ਵੀ ਮਤਲਬ ਸ਼ਹਿਦ 'ਚ ਲਪੇਟ ਕੇ ਗੋਲੀ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਆਹ ਵੱਡੇ ਵੱਡੇ ਦਾਅਵਿਆਂ 'ਚ ਇਹ ਵੀ ਲੰਘ ਜੂਗਾ, ਪਰ ਇਹ ਗੱਲ ਗੌਰ ਕਰੇ। ਅਜੇ ਤੱਕ ਕੋਈ ਇਸ ਮਸਲੇ ਤੇ ਬੋਲ ਨਹੀਂ ਰਿਹਾ, ਪਰ ਮੈਨੂੰ ਜਿੰਨਾ ਕੁ ਪਤਾ ਲੱਗ ਰਿਹਾ ਉਸੇ ਬਿਜਲੀ ਵਿਭਾਗ ਵਾਲੀ ਤਰਜ਼ ਦੇ ਹਵਾਲੇ ਨਾਲ ਕੰਪਨੀਆਂ ਨੂੰ ਠੇਕੇ ਤੇ ਦਿੱਤੇ ਜਾ ਰਹੇ ਨੇ, ਔਰ ਇਹ ਦਿੱਲੀ ਵਾਲੀ ਦੀਆਂ ਸਕੀਮਾਂ ਨੇ। ਹੁਣ ਇਹਦੇ ਤੇ ਰਾਘਵ ਚੱਡਾ ਜੀ ਭੂਮਿਕਾ ਨਿਭਾ ਰਹੇ ਨੇ ਕਿ ਕੇਜਰੀਵਾਲ ਜੀ ਭੂਮਿਕਾ ਨਿਭਾ ਰਹੇ ਨੇ, ਜਾਂ ਭਗਵੰਤ ਮਾਨ ਜੀ ਦੀ ਸਹਿਮਤੀ ਹੋ ਗਈ ਆ, ਜਾਂ ਉਹਨਾਂ ਤੋਂ ਧੱਕੇ ਨਾਲ ਕਰਾਇਆ ਜਾ ਰਿਹਾ, ਇਹ ਜਾਂਚ ਦਾ ਵਿਸ਼ਾ। ਜੀ ਜੀ, ਬਿਲਕੁਲ ਸਹੀ ਹੈ ਤੁਹਾਡੀ ਗੱਲ, ਜਾਂਚ ਦਾ ਵਿਸ਼ਾ ਸ਼ਰਮਾ ਜੀ। ਤੇ ਪਰ ਜਦੋਂ ਮੋਦੀ ਸਾਹਿਬ ਆਏ ਸੀ ਨਾ ਸੱਤਾ ਦੇ ਵਿੱਚ, ਤੇ ਉਹ ਚੱਕ ਕੇ 60, 65 ਦੇ 70 ਦੇ ਦਹਾਕੇ ਵਾਲੀਆਂ ਗੱਲਾਂ ਕਰਨ ਲੱਗ ਪੈਂਦੇ ਸੀ। ਲੋਕ ਕਹਿੰਦੇ ਸੀ ਬਈ ਤੁਸੀਂ ਹੁਣ ਤੁਹਾਨੂੰ ਮੌਕਾ ਮਿਲਿਆ, ਤੁਸੀਂ ਆਪਦਾ ਕੰਮ ਕਰੋ, ਕਿਉਂ ਪੁਰਾਣੀਆਂ ਗੱਲਾਂ। ਉਹਨਾਂ ਨੂੰ ਰੱਦ ਕਰਤਾ ਲੋਕਾਂ ਨੇ ਜਿਨ੍ਹਾਂ ਨੇ ਇਹ ਸਭ ਕੀਤਾ। ਤੇ ਹੁਣ ਜਦੋਂ ਇਹ ਸਰਕਾਰ ਦੀ ਗੱਲ ਚੱਲਦੀ ਤੇ ਫਿਰ ਲੋਕ ਕਹਿੰਦੇ ਭਾਈ 70 ਸਾਲ ਪਹਿਲਾਂ, ਜੇ 70 ਸਾਲਾਂ ਵਾਲਿਆਂ ਨੇ ਨਹੀਂ ਕੁਛ ਕੀਤਾ ਤਾਂ ਉਹਨੂੰ ਰੱਦ ਕੀਤਾ। ਲੋਕਾਂ ਨੇ 5-5 ਵਾਰ ਦੇ ਮੁੱਖ ਮੰਤਰੀ ਘਰੇ ਬਿਠਾਏ, 2-2 ਵਾਰ ਦੇ ਮੁੱਖ ਮੰਤਰੀਆਂ ਦੇ ਲੋਕਾਂ ਨੇ ਜ਼ਮਾਨਤਾਂ ਮਸਾਂ ਬਚੀਆਂ ਉਹਨਾਂ ਦੀਆਂ। ਬਿਲਕੁਲ ਮੰਤਰੀ ਮੰਡਲ ਜਿਹੜੇ ਅਕਾਲੀ ਦਲ 'ਚ, ਕਾਂਗਰਸ 'ਚ ਹੁੰਦੇ ਸੀ, ਉਹ ਉਹਨਾਂ ਤੋਂ ਚੋਣ ਪ੍ਰਚਾਰ ਨਹੀਂ ਹੋ ਸਕਿਆ, ਨਤੀਜੇ ਤਾਂ ਉਹਨਾਂ ਤੇ ਲੈਣੀ ਕੀ ਸੀ ਉਹਨਾਂ ਨੇ। ਸੋ ਇਹ ਚੀਜ਼ ਆ। ਚਲੋ ਖੈਰ, ਆਪਾਂ ਤਾਂ ਕਹਿੰਦੇ ਪੰਜਾਬ ਦਾ ਭਲਾ ਹੋਵੇ, ਚਾਹੇ ਕਿਸੇ ਦੇ ਹੱਥੋਂ ਵੀ ਸਰੇ, ਪਰ ਸਰਨਾ ਚਾਹੀਦਾ।